बिस्मिल्लाहिर्रहमानिर्रहीम। नाज़रीन अस्सलाम वालेकुम। तुसीं देखदे पे हो न्यूज़ टाइम ते न्यूज़ टाइम ਦੀਆਂ ਵੱਡੀਆਂ ਖਬਰਾਂ। ਸਭ ਤੋਂ ਪਹਿਲੇ ਇਮਰਾਨ ਖਾਨ ਦਾ ਐਫਆਈਏ ਟੀਮ ਨੂੰ ਆਪਣਾ ਐਕਸ ਅਕਾਊਂਟ ਦਾ ਹੈਂਡਲਰ ਦੇ ਨਾਂ ਦਾ ਦੱਸਣ ਦਾ ਇਨਕਾਰ। ਇਮਰਾਨ ਖਾਨ ਕੋਲੋਂ ਪੁੱਛਣ ਵਾਸਤੇ ਐਫਆਈਏ ਟੀਮ ਅਡਿਆਲਾ ਜੇਲ੍ਹ ਪਹੁੰਚੀ ਤੇ ਇਮਰਾਨ ਖਾਨ ਨੇ ਨਾਂ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਤੇ ਐਫਆਈਏ ਦਾ ਇਲਜ਼ਾਮ ਹੈ ਕਿ ਇਮਰਾਨ ਖਾਨ ਦੇ ਅਕਾਊਂਟ ਤੋਂ ਰਿਆਸਤ ਮੁਖਾਲਫ ਮਵਾਦ ਪੋਸਟ ਹੋਣ ਦੇ ਮਾਮਲੇ ਤੇ ਐਫਆਈਏ ਸਾਈਬਰ ਕ੍ਰਾਈਮ ਜਿਹੜੀ ਹੈ ਉਹਨੇ ਤਹਿਕੀਕਾਤ ਸ਼ੁਰੂ ਕੀਤੀਆਂ ਨੇ। ਉਸ ਤੋਂ ਇਲਾਵਾ ਇਸਲਾਮਾਬਾਦ ਹਾਈ ਕੋਰਟ ਦੇ ਚੇਅਰਮੈਨ ਪੀਟੀਏ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ ਹੈ। ਹਾਈ ਕੋਰਟ ਚੇਅਰਮੈਨ ਮੇਜਰ ਜਨਰਲ ਰਿਟਾਇਰਡ ਹਫੀਜ਼ ਉਮਾਨ ਨੂੰ ਅਹੁਦੇ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ ਤੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਸ਼ਹਿਰੀ ਉਸਾਮਾ ਖਲਜੇ ਦੀ ਜਾਨਿਬ ਤੋਂ ਦਰਖਾਸਤ ਦਿੱਤੀ ਗਈ, ਜਿਹਦੀ ਵਿਸਤਾਰਤ ਨਾਲ ਦਰਖਾਸਤ ਤੇ ਸਮਾਤ ਹੋਈ ਸੀ। ਉਸ ਤੋਂ ਇਲਾਵਾ ਸੁਪਰੀਮ ਕੋਰਟ ਦਾ ਰਿਟਾਇਰਡ ਜੱਜਾਂ ਦੀ ਬੇਵਾ ਨੂੰ ਤਾਯਾਤ ਸਿਕਿਉਰਿਟੀ ਦੇਣ ਦਾ ਹੁਕਮ ਵਾਪਸ। ਸੁਪਰੀਮ ਕੋਰਟ ਨੇ ਰਿਟਾਇਰਡ ਜੱਜਾਂ ਦੀ ਬੇਵਾਵਾਂ ਨੂੰ ਤਾਯਾਤ ਸਿਕਿਉਰਿਟੀ ਦੇਣ ਦਾ ਹੁਕਮ ਵਾਪਸ ਲੈ ਲਿਆ ਹੈ। ਸੁਪਰੀਮ ਕੋਰਟ ਨੇ ਵਜ਼ਾਤੀ ਬਿਆਨ ਵਿੱਚ ਆਖਿਆ ਹੈ ਕਿ ਰਿਟਾਇਰਡ ਜੱਜਾਂ ਨੂੰ ਤਾਯਾਤ ਸਿਕਿਉਰਿਟੀ ਦਾ ਹੱਕ 2018 ਦੇ ਸਦਾਰਤੀ ਆਰਡਰ ਨੰਬਰ 7 ਵਿੱਚ ਦਿੱਤਾ ਗਿਆ ਸੀ। ਹੁਣ ਆਰਡਰ ਨੰਬਰ 7 ਰਿਟਾਇਰਡ ਜੱਜਾਂ ਦੀ ਬੇਵਾ ਨੂੰ ਤਾਯਾਤ ਸਿਕਿਉਰਿਟੀ ਦੀ ਸਹੂਲਤ ਫਰਾਹਮ ਨਹੀਂ ਕਰਦਾ। ਇਸ ਲਈ ਰਿਟਾਇਰਡ ਜੱਜਾਂ ਦੀ ਬੇਵਾ ਨੂੰ ਤਾਯਾਤ ਸਿਕਿਉਰਿਟੀ ਦੀ ਹੱਦ ਤੱਕ ਆਰਡਰ ਵਾਪਸ ਲਿੱਤਾ ਜਾਂਦਾ ਹੈ। ਉਸ ਤੋਂ ਇਲਾਵਾ ਪੀਟੀਆਈ ਦਾ ਕੌਮੀ ਅਸੈਂਬਲੀ ਦੇ ਬਾਅਦ ਸੈਨੇਟ ਦੀ ਕਮੇਟੀਆਂ ਤੋਂ ਵੀ ਮੁਸਤਾਫੀ ਹੋਣਾ ਸ਼ੁਰੂ ਹੋ ਗਏ ਨੇ। 17 ਅਰਕਾਨ ਨੇ ਕਮੇਟੀਆਂ ਤੋਂ ਅਸਤੀਫੇ ਭੇਜ ਦਿੱਤੇ ਨੇ। ਸੈਨੇਟਰ ਅਲੀ ਜ਼ਫਰ ਦੀ ਤਸਦੀਕ। ਉਹਨਾਂ ਆਖਿਆ ਹੈ ਕਿ ਪੀਟੀਆਈ ਦੇ ਪਾਰਲੀਮਾਨੀ ਲੀਡਰ ਸੈਨੇਟਰ ਅਲੀ ਜ਼ਫਰ ਨੇ ਆਖਿਆ ਕਿ 17 ਅਰਕਾਨ ਜਿਹੜੇ ਨੇ ਕਿ ਉਹਨਾਂ ਦੇ ਕਮੇਟੀ ਦੇ ਅਸਤੀਫੇ ਮੇਰੇ ਕੋਲ ਆ ਗਏ ਨੇ, ਜਿਹੜੇ ਕਿ ਅੱਜ ਉਹ ਜਮ੍ਹਾਂ ਕਰਾ ਦੇਣਗੇ। ਉਸ ਤੋਂ ਇਲਾਵਾ ਹਕੂਮਤ ਦਾ ਵੱਡਾ ਦਾਅਵਾ, ਹਕੂਮਤ ਨੇ 2600 ਅਰਬ ਦੇ ਕਰਜ਼ੇ ਕਿਹਾ ਕਿ ਅਸੀਂ ਵਕਤ ਤੋਂ ਪਹਿਲੇ ਵਾਪਸ ਕੀਤੇ ਨੇ ਤੇ ਸੂਦ ਦੇ ਵਿੱਚ 850 ਅਰਬ ਰੁਪਏ ਦੀ ਬਚਤ ਦਾ ਦਾਅਵਾ ਕਰ ਦਿੱਤਾ ਹੈ। ਹਕੂਮਤ ਨੇ 2600 ਅਰਬ ਰੁਪਏ ਦੇ ਕਰਜ਼ੇ ਪਹਿਲੇ ਵਾਪਸ ਕਰਨ ਤੇ ਸੂਦ ਦੀ ਬਚਤ ਦਾ ਜਿਹੜਾ ਦਾਅਵਾ ਕੀਤਾ ਹੈ। ਬਾਕੀ ਹਕੂਮਤ ਨੇ ਆਖਿਆ ਹੈ ਕਿ ਪਾਕਿਸਤਾਨ ਡੈਬਿਟ ਟੂ ਜੀਡੀਪੀ ਦੀ ਸ਼ਰ੍ਹਾ 74 ਤੋਂ ਘੱਟ ਹੋ ਕੇ 70% ਹੋ ਗਈ ਹੈ। ਹਕੂਮਤ ਨੇ ਪਹਿਲੀ ਵਾਰੀ ਤਾਰੀਖ ਵਿੱਚ 2600 ਅਰਬ ਰੁਪਏ ਦੇ ਕਰਜ਼ੇ ਕਬਲ ਵਕਤ ਵਾਪਸ ਕੀਤੇ ਨੇ, ਜਿਨ ਨਾਲ ਕਰਜ਼ਿਆਂ ਦੇ ਖਤਰਾਤ ਘੱਟ ਹੋ ਗਏ ਨੇ ਤੇ ਸੈਂਕੜੋ ਅਰਬ ਰੁਪਏ ਦੇ ਵਿੱਚ ਸੂਦ ਦੀ ਬਚਤ ਹੋਈ ਹੈ। ਉਸ ਤੋਂ ਇਲਾਵਾ ਜਿਨਾਹ ਹਾਊਸ ਹਮਲਾ ਕੇਸ ਮਹਿਮੂਦ ਰਸ਼ੀਦ ਦੀ ਦਰਖਾਸਤ ਜ਼ਮਾਨਤ ਮੁਸਤਰਦ। ਤਰੀਕੇ ਇਨਸਾਫ ਦੇ ਰਹਿਨੁਮਾ ਮਹਿਮੂਦ ਰਸ਼ੀਦ ਦੀ ਜਿਨਾਹ ਹਾਊਸ ਹਮਲਾ ਕੇਸ ਦੇ ਵਿੱਚ ਦਰਖਾਸਤ ਜ਼ਮਾਨਤ ਮੁਸਤਰਦ ਕਰ ਦਿੱਤੀ ਗਈ ਹੈ। ਲਾਹੌਰ ਦੀ ਇਨਸਾਦੇ ਦਹਿਸ਼ਤਗਰਦੀ ਅਦਾਲਤ ਦੇ ਜੱਜ ਮੰਦਰ ਅਲੀ ਗੁਲ ਨੇ ਦਰਖਾਸਤ ਜ਼ਮਾਨਤ ਤੇ ਸਮਾਤ ਕੀਤੀ ਤੇ ਜਿਹਦੇ ਵਿੱਚ ਪ੍ਰਾਸੀਕਿਊਸ਼ਨ ਨੇ ਮੁਲਜ਼ਮ ਦੀ ਜ਼ਮਾਨਤ ਮੁਸਤਰਦ ਕਰਨ ਦੀ ਇਸਤਦਾ ਕੀਤੀ। ਦੌਰਾਨੇ ਸਮਾਤ ਪ੍ਰਾਸੀਕਿਊਸ਼ਨ ਨੇ ਆਖਿਆ ਕਿ ਮੀਆਂ ਮਹਿਮੂਦ ਰਸ਼ੀਦ 9 ਮਈ ਦੇ ਮਰਕਜ਼ੀ ਮੁਲਜ਼ਮ ਨੇ। ਉਸ ਤੋਂ ਇਲਾਵਾ ਅਲੀ ਅਮੀਨ ਗੰਡਾਪੁਰ ਦਾ ਕਹਿਣਾ ਹੈ ਕਿ ਪੀਟੀਆਈ ਦੇ ਵਿੱਚ ਮੁਨਾਫਿਕ ਲੋਕ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ। ਵਜ਼ੀਰ ਆਲਾ ਨੇ ਆਖਿਆ ਕਿ ਪੀਟੀਆਈ ਦੇ ਅੰਦਰ ਮੁਨਾਫਿਕ ਲੋਕ, ਬਿਆਨੀਆ ਸਾਜ਼ ਲੋਕ ਜਮਾਤ ਨੂੰ ਕਮਜ਼ੋਰ ਕਰ ਰਹੇ ਨੇ। ਵਜ਼ੀਰ ਆਲਾ ਖੈਬਰ ਪਖਤੂਨਖਵਾ ਦਾ ਕਹਿਣਾ ਸੀ, ਜਿੰਨੀ ਕੋਸ਼ਿਸ਼ ਮੈਂ ਇਮਰਾਨ ਖਾਨ ਦੀ ਰਿਹਾਈ ਵਾਸਤੇ ਕੀਤੀ ਹੈ ਇਸ ਤੋਂ ਪਹਿਲੇ ਕਿਸੇ ਨੇ ਨਹੀਂ ਕੀਤੀ ਤੇ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਕਿਹਾ ਕੋਈ ਦਿਨ ਵੀ ਐਸਾ ਨਹੀਂ ਲੰਘਿਆ ਜਿਸ ਦਿਨ ਮੈਂ ਕੋਸ਼ਿਸ਼ ਨਾ ਕੀਤੀ ਹੋਏ ਇਮਰਾਨ ਖਾਨ ਦੀ ਰਿਹਾਈ ਦੀ। ਤੇ ਉਸ ਤੋਂ ਇਲਾਵਾ ਅਲੀ ਅਮੀਨ ਗੰਡਾਪੁਰ ਨੇ ਆਖਿਆ ਹੈ ਕਿ ਇਮਰਾਨ ਖਾਨ ਨੇ ਕਿਹਾ ਹੈ ਕਿ ਮੁਜ਼ਾਕਰਾਤ ਦੇ ਜ਼ਰੀਏ ਜਿਹੜਾ ਵੇ ਉਹ ਅਮਨ ਨੂੰ ਬਹਾਲ ਕੀਤਾ ਜਾਏ। ਸਾਰੇ ਮਸਾਇਲ ਜਿਹੜੇ ਨੇ ਆਵਾਮ ਨੂੰ ਤਮਾਦ ਵਿੱਚ ਲੈ ਕੇ ਕੀਤੇ ਜਾਣ, ਹੱਲ ਕੀਤੇ ਜਾਣ, ਆਪਰੇਸ਼ਨ ਹੱਲ ਨਹੀਂ ਹੋਏਗਾ। ਉਹਨਾਂ ਨੇ ਕਿਹਾ ਇਮਰਾਨ ਖਾਨ ਨੇ ਪਹਿਲੇ ਹੀ ਮਾਹੌਲਿਆਤੀ ਤਬਦੀਲੀ ਦੇ ਬਾਰੇ 'ਚ ਗੱਲ ਕੀਤੀ ਸੀ। ਅੱਜ ਦੁਨੀਆ ਮੰਨ ਗਈ ਹੈ ਕਿ ਮਾਹੌਲਿਆਤੀ ਤਬਦੀਲੀ ਸਭ ਤੋਂ ਵੱਡਾ ਮਸਲਾ ਹੈ। ਹੁਣ ਤੱਕ ਲਈ ਨਾਜ਼ਰੀਨ ਇੰਨਾ ਹੀ। ਅਗਲੇ ਬੁਲੇਟਿਨ ਤੱਕ ਇਜਾਜ਼ਤ ਦਿਓ। ਅੱਲਾਹ ਹਾਫਿਜ਼।